ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਸਰੀਰਕ ਭੁੱਖਾਂ ਨਾਲ ਲੰਮਾ ਅਰਸਾ ਧੋਖਾ ਨਹੀਂ ਕੀਤਾ ਜਾ ਸਕਦਾ। ਜਿਉਂ-ਜਿਉਂ ਪੁੱਤਰ ਵੱਡਾ ਹੁੰਦਾ ਹੈ, ਉਸ ਦੀ ਆਜ਼ਾਦੀ ਵੱਧਦੀ ਜਾਂਦੀ ਹੈ। ਜਿਉਂ-ਜਿਉਂ ਧੀ ਵੱਡੀ ਹੁੰਦੀ ਹੈ, ਉਸ ਦੀਆਂ ਰੋਕਾਂ ਵੱਧਦੀਆਂ ਹਨ ਅਤੇ ਆਜ਼ਾਦੀ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ। ਪਿਤਾ ਦੇ ਘਰ ਵਿੱਚ ਧੀ ਦੀ ਆਜ਼ਾਦੀ ਵਿਆਹ ਹੋਣ ਨਾਲ ਮੁੱਕ ਜਾਂਦੀ ਹੈ। ਪਤੀ ਦੇ ਘਰ ਵਿੱਚ ਆਜ਼ਾਦੀ ਨਹੀਂ ਹੁੰਦੀ, ਜ਼ਿੰਮੇਵਾਰੀਆਂ ਹੁੰਦੀਆਂ ਹਨ। ਆਜ਼ਾਦੀ ਮਾਣਨ ਲਈ ਉਸ ਨੂੰ ਪਿਤਾ ਦੇ ਘਰ ਜਾਣਾ ਪੈਂਦਾ ਹੈ। ਅਸਮਾਨ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਇਸ ਦਾ ਆਦ ਅੰਤ ਨਹੀਂ, ਅਨੰਤ ਹੈ। ਲੱਗਦਾ ਨੇੜੇ ਹੀ ਹੈ ਪਰ ਹੁੰਦਾ ਦੂਰ ਅਤੇ ਦੂਰ ਤੱਕ ਹੈ। ਗੱਲਬਾਤ ਰਿਸ਼ਤੇ ਦਾ ਦੂਜਾ ਨਾਂ ਹੁੰਦੀ ਹੈ, ਗੱਲਬਾਤ ਹੀ ਰਿਸ਼ਤਾ ਹੁੰਦੀ ਹੈ। ਕੁਝ ਲੋਕ ਮਿਹਨਤ ਕਰਨੀ ਹੀ ਨਹੀਂ ਜਾਣਦੇ। ਮਿਹਨਤ ਕਰਨੀ ਇਹਨਾਂ ਦੇ ਵੱਸ ਵਿੱਚ ਨਹੀਂ ਹੁੰਦੀ। ਇਹ ਭੈੜੇ ਨਹੀਂ ਹੁੰਦੇ, ਇਹਨਾਂ ਨੂੰ ਪਰਿਵਾਰ ਵਿੱਚ ਮਿਹਨਤ ਕਰਨ ਲਈ ਕਿਸੇ ਨੇ ਪ੍ਰੇਰਿਆ ਨਹੀਂ ਹੁੰਦਾ। ਜਦੋਂ ਕੋਈ ਬੋਲ ਰਿਹਾ ਹੋਵੇ ਤਾਂ ਕੁਝ ਆਪਣੀਆਂ ਅੱਖਾਂ ਘੁਮਾ ਕੇ ਅਸਹਿਮਤੀ ਪ੍ਰਗਟਾਉਂਦੇ ਹਨ। ਇਹਨਾਂ ਦਾ ਉਦੇਸ਼ ਬੁਲਾਰੇ ਦਾ ਹੌਸਲਾ ਢਾਉਣਾ ਹੁੰਦਾ ਹੈ। ਭੀੜ ਰਿੱਛ ਵਾਂਗ ਹੁੰਦੀ ਹੈ। ਪਹਿਲਾਂ ਇਹ ਤੁਹਾਡੇ ਇਸ਼ਾਰੇ 'ਤੇ ਨੱਚੇਗੀ, ਫਿਰ ਇਹ ਰਿੱਛ ਵਾਂਗ ਪਿੱਛੇ ਪੈ ਜਾਵੇਗੀ। ਕਿਸੇ ਦੀਆਂ ਅੱਖਾਂ ਵਿੱਚ ਵੇਖ ਕੇ ਮੰਗੀ ਮੁਆਫ਼ੀ ਬੜੀ ਸ਼ਕਤੀਸ਼ਾਲੀ ਹੁੰਦੀ ਹੈ। ਇਸ ਨੂੰ ਅਪਰਵਾਨ ਕਰਨਾ ਸੰਭਵ ਨਹੀਂ ਹੁੰਦਾ। ਜਿਹੜੇ ਸਮਝਦੇ ਹਨ ਕਿ ਜੇ ਉਹ ਗੱਲਬਾਤ ਲਈ ਮੰਨ ਗਏ, ਉਹ ਜ਼ੀਰੋ ਹੋ ਜਾਣਗੇ, ਉਹ ਹੁੰਦੇ ਹੀ ਜ਼ੀਰੋ ਹਨ। ਜੋ ਕੁਝ ਤੁਸੀਂ ਸਹਿੰਦੇ ਹੋ, ਉਹ ਤੁਹਾਡੀ ਸਹਿਣ ਸ਼ਕਤੀ ਬਣ ਜਾਂਦੀ ਹੈ। ਜੇ ਕੁਝ ਬਹੁਤ ਚੰਗਾ ਅਚਾਨਕ ਵਾਪਰੇ ਤਾਂ ਖੁਸ਼ੀ ਦੇ ਨਾਲ-ਨਾਲ ਡਰ ਵੀ ਲੱਗਣ ਲੱਗ ਪੈਂਦਾ ਹੈ। ਕਈ ਸਾਡੇ ਵਿੱਚੋਂ ਦਿਲ ਕੱਢ ਲੈਂਦੇ ਹਨ, ਕੁਝ ਸਾਡੇ ਵਿੱਚ ਦਿਲ ਪਾ ਦਿੰਦੇ ਹਨ। ਜਿਹੜਾ ਸਭ ਕੁਝ ਜਾਣਨ ਦਾ ਦਾਅਵਾ ਕਰਦਾ ਹੈ, ਉਹ ਬਹੁਤ ਕੁਝ ਜਾਣਨ ਵਾਲੇ ਨੂੰ ਪਰੇਸ਼ਾਨ ਕਰਦਾ ਹੈ। ਝੁੰਝਲਾਹਟ ਦਾ ਵੀ ਲਾਭ ਹੁੰਦਾ ਹੈ। ਇਸ ਵਿੱਚੋਂ ਲੰਘ ਕੇ ਹੀ ਸਾਡੀ ਸੋਚ ਨੂੰ ਸਪਸ਼ਟਤਾ ਮਿਲਦੀ ਹੈ। ਜਦੋਂ ਕਿਸੇ ਬਾਰੇ ਚਾਹੁੰਦੇ ਹਾਂ ਕਿ ਉਹ ਬੋਲੇ, ਉਸ ਦੀ ਚੁੱਪ ਨਾਲ ਪਰੇਸ਼ਾਨੀ ਉਪਜਦੀ ਹੈ। ਕਿਸੇ ਪਿਆਰੇ ਨਾਲ ਬਹੁਤ ਧਿਆਨ ਨਾਲ ਅਤੇ ਸੋਚ-ਸੋਚ ਕੇ ਕੀਤੀ ਗੱਲਬਾਤ ਅਸਫਲ ਗੱਲਬਾਤ ਹੁੰਦੀ ਹੈ। ਕਿਸੇ ਨੂੰ ਅਸੀਂ ਦਿਲ ਨਾਲ ਵੀ ਵੇਖਦੇ ਹਾਂ। ਦਿਲ ਵਿੱਚ ਵੀ ਇੱਕ ਅੱਖ ਹੁੰਦੀ ਹੈ, ਜਿਹੜੀ ਆਪ ਨਹੀਂ ਦਿਸਦੀ, ਜਿਹੜੀ ਵੇਖਦੀ ਹੀ ਨਹੀਂ, ਨਿਹਾਰਦੀ ਵੀ ਹੈ। ਜੇ ਚਿੱਠੀਆਂ ਦਾ ਜਵਾਬ ਨਹੀਂ ਦਿਓਗੇ, ਇਹ ਆਉਣੀਆਂ ਬੰਦ ਹੋ ਜਾਣਗੀਆਂ। ਨਾ ਕਹਿਣ ਨਾਲ ਸਮੱਸਿਆ ਉਪਜਦੀ ਨਹੀਂ, ਅਕਸਰ ਹੱਲ ਹੀ ਹੁੰਦੀ ਹੈ। ਜਦੋਂ ਕੁਝ ਵੀ ਕਰਨਾ ਸੰਭਵ ਨਹੀਂ ਹੁੰਦਾ, ਉਦੋਂ ਕੀ ਕਰਦੇ ਹੋ? ਬਹੁਤੇ ਕਹਿਣਗੇ, ਕੀ ਕਰੀਏ? ਸਭ ਤੋਂ ਵੱਡਾ ਝੂਠ, ਮੈਂ ਸਾਰੀ ਜ਼ਿੰਦਗੀ ਤੈਨੂੰ ਪਿਆਰ ਕਰਾਂਗਾ। ਕਿਸੇ ਬਾਰੇ ਕਿਤਨਾ ਹੀ ਕੁਝ ਸਾਨੂੰ ਉਸ ਦੀ ਚੁੱਪ ਤੋਂ ਪਤਾ ਲੱਗਦਾ ਹੈ। ਜਿਹੜਾ ਆਪਣਾ ਸਾਥ ਮਾਣ ਸਕਦਾ ਹੈ, ਉਹ ਹਰੇਕ ਸਾਥ ਮਾਣ ਸਕਦਾ ਹੈ। ਕਈਆਂ ਨਾਲ ਅਸੀਂ ਅਸਲੀ ਸਮੱਸਿਆ ਬਾਰੇ ਗੱਲ ਨਹੀਂ ਕਰਦੇ ਕਿਉਂਕਿ ਅਸੀਂ ਰਿਸ਼ਤਾ ਤੋੜਨਾ ਨਹੀਂ ਚਾਹੁੰਦੇ। ਕੀ ਹਾਲ ਹੈ? ਬਹੁਤ ਚੰਗਾ ਹੈ। ਤੁਸੀਂ ਆਪਣਾ ਸੁਣਾਓ। ਸਿਹਤ ਕੈਸੀ ਹੈ? ਠੀਕ ਹੈ। ਪਰਿਵਾਰ ਕਿਵੇਂ ਹੈ? ਸਭ ਰਾਜੀ ਬਾਜੀ ਹਨ? ਅੱਛਾ, ਖੁਸ਼ ਰਹੋ, ਧੰਨਵਾਦ। ਗੱਲਬਾਤ ਹੋਈ ਹੈ ਕਿ ਨਹੀਂ? ਲੱਗਦਾ ਹੈ ਹੋਈ ਹੈ, ਪਰ ਹੋਈ ਕੋਈ ਨਹੀਂ। ਆਪਣੇ ਆਪ ਨੂੰ ਸੁਣੋ, ਆਪਣੇ ਸਰੀਰ ਦੀ ਸੁਣੋ, ਦਿਮਾਗ ਦੇ ਦੋਵੇਂ ਪਾਸਿਆਂ ਨੂੰ ਸੁਣੋ। ਫੈਸਲਾ ਭਾਵੇਂ ਦਿਮਾਗ ਨਾਲ ਕਰਨਾ ਹੋਵੇ, ਮਨ ਨੂੰ ਵੀ ਸੁਣੋ। ਕੁੱਤੇ ਨੂੰ ਆਪਣੇ ਵੱਲ ਆਉਂਦਿਆਂ ਦੇਖ ਅਸੀਂ ਡਰ ਜਾਂਦੇ ਹਾਂ। ਕੁੱਤਾ ਨਹੀਂ ਡਰਾਉਂਦਾ, ਸਾਡੀ ਸੋਚ ਡਰਾਉਂਦੀ ਹੈ।
ਜਦੋਂ ਇਸਤਰੀ ਚੁੱਪ ਹੋ ਜਾਂਦੀ ਹੈ ਤਾਂ ਫਾਸਲਾ ਉਪਜ ਪੈਂਦਾ ਹੈ। ਕੰਮ ਵਾਲੀ ਥਾਂ ਤੇ ਜੇ ਕੋਈ ਅਜੀਬ ਵਿਹਾਰ ਕਰਦਾ ਹੈ ਤਾਂ ਉਸ ਵਿਹਾਰ ਦਾ ਕਾਰਨ ਕਿਧਰੇ ਹੋਰ ਹੋਵੇਗਾ। ਉਦਾਸੀ ਵਿੱਚ ਅਸੀਂ ਹੋਰਾਂ ਨਾਲੋਂ ਧਿਆਨ ਤੋੜ ਕੇ ਆਪਣੇ ਆਪ ਨਾਲ ਜੋੜ ਲੈਂਦੇ ਹਾਂ। ਜੇ ਭਗਤ ਸਿੰਘ ਫਾਂਸੀ ਨਾ ਲੱਗਦਾ ਤਾਂ ਉਸਨੇ ਕਦੋਂ ਦਾ ਮਰ ਗਏ ਹੋਣਾ ਸੀ। ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਨੂੰ ਸਮਝਣ, ਇਹੀ ਕੁਝ ਦੂਜੇ ਚਾਹੁੰਦੇ ਹਨ, ਸੋ ਵਿੱਥ ਬਣੀ ਰਹਿੰਦੀ ਹੈ। ਦੁੱਖ ਲੰਮੇ ਨਹੀਂ ਹੁੰਦੇ, ਅਸੀਂ ਲਮਕਾ ਲੈਂਦੇ ਹਾਂ। ਸੁੱਖ ਸੰਖੇਪ ਨਹੀਂ ਹੁੰਦੇ, ਸਾਨੂੰ ਸੁੱਖ ਮੰਨਣੇ ਨਹੀਂ ਆਉਂਦੇ। ਏਕਲਵਯ ਆਪਣਾ ਅੰਗੂਠਾ ਵਾਪਸ ਮੰਗ ਰਿਹਾ ਹੈ। ਬਚਪਨ ਗੁਆਚ ਜਾਂਦਾ ਹੈ, ਜਵਾਨੀ ਗੁਆ ਦਿੱਤੀ ਜਾਂਦੀ ਹੈ। ਇਹ ਕਹਿਣ ਦੀ ਬਜਾਏ ਕਿ ਮੈਂ ਤੁਹਾਡੇ ਨਾਲ ਸਹਿਮਤ ਨਹੀਂ, ਕਹੋ ਇਸ ਸਮੱਸਿਆ ਬਾਰੇ ਮੈਂ ਹੋਰ ਤਰ੍ਹਾਂ ਸੋਚਦਾ ਹਾਂ। ਗੱਲਾਂ ਅਤੇ ਗੱਲਬਾਤ ਵਿੱਚ ਅੰਤਰ ਹੁੰਦਾ ਹੈ। ਗੱਲਾਂ ਕਾਤਰਾਂ ਹੁੰਦੀਆਂ ਹਨ, ਗੱਲਬਾਤ ਥਾਨ ਹੁੰਦੀ ਹੈ। ਜਿਨ੍ਹਾਂ ਦਾ ਰੁਜ਼ਗਾਰ ਲੱਗਿਆ ਹੁੰਦਾ ਹੈ ਉਹ ਹੋਰ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ। ਜਿਹੜੇ ਰੁਜ਼ਗਾਰ ਲੱਭ ਰਹੇ ਹੁੰਦੇ ਹਨ ਉਹ ਜਿਹੋ ਜਿਹੇ ਕੱਪੜੇ ਮਿਲ ਜਾਣ ਪਹਿਨ ਲੈਂਦੇ ਹਨ। ਅਸੀਂ ਮੌਸਮ ਬਾਰੇ ਉਦੋਂ ਹੀ ਗੱਲ ਕਰਦੇ ਹਾਂ ਜਦੋਂ ਮੌਸਮ ਖਰਾਬ ਹੁੰਦਾ ਹੈ। ਪ੍ਰਜਾਤੰਤਰ ਗਿਣਤੀ ਦੀ ਖੇਡ ਹੈ। ਇਸ ਵਿੱਚ ਕੋਈ ਗੁਣ ਨਹੀਂ, ਕੇਵਲ ਗਿਣਤੀ ਮਹੱਤਵਪੂਰਨ ਹੁੰਦੀ ਹੈ। ਵੇਸਵਾਵਾਂ ਦੇ ਚੁਬਾਰਿਆਂ ਦੀਆਂ ਪੌੜੀਆਂ ਤੰਗ, ਸਿੱਲੀਆਂ ਅਤੇ ਹਨੇਰੀਆਂ ਹੁੰਦੀਆਂ ਹਨ। ਇੱਥੇ ਪੌੜੀਆਂ ਚੜ੍ਹਨ ਵਾਲੇ ਉਤਰਨ ਵਾਲਿਆਂ ਨਾਲ ਟਕਰਾਉਣ ਦੇ ਬਾਵਜੂਦ ਚੁੱਪ ਕਰਕੇ, ਨਜ਼ਰ ਨੀਵੀਂ ਕਰਕੇ ਸਾਊਆਂ ਵਾਂਗ ਨਿਕਲ ਜਾਂਦੇ ਹਨ। ਉਹ ਇੱਕ ਦੂਜੇ ਦੇ ਸਾਹਮਣੇ ਕਾਣੇ ਨਹੀਂ ਹੋਣਾ ਚਾਹੁੰਦੇ। ਮੁੱਢ ਵਿੱਚ ਤਜਰਬੇ ਦੀ ਕੁੜੱਤਣ ਹੀ ਹੁੰਦੀ ਹੈ, ਮਿਠਾਸ ਨਹੀਂ। ਮਿਠਾਸ ਦਾ ਅਨੁਭਵ ਬਹੁਤ ਮਗਰੋਂ ਜਾ ਕੇ ਹੁੰਦਾ ਹੈ। ਛੜੇ ਦਾ ਦਿਲ ਸੁੰਨਾ ਅਤੇ ਘਰ ਵੀਰਾਨ ਹੁੰਦਾ ਹੈ। ਕੱਦ ਨਹੀਂ ਵੱਧ ਸਕਦਾ, ਸਵੈ ਵਿਸ਼ਵਾਸ ਵੱਧ ਸਕਦਾ ਹੈ। ਜੇ ਸਵੈ ਵਿਸ਼ਵਾਸ ਹੋਵੇ ਤਾਂ ਮਧਰਾ ਬੰਦਾ ਵੀ ਲੰਮਿਆਂ ਵਿੱਚ ਉੱਚਾ ਲੱਗਦਾ ਹੈ। ਵੇਸ਼ਵਾ ਦੀ ਕਮਾਈ ਹਲਾਲ ਦੀ ਕਮਾਈ ਹੁੰਦੀ ਹੈ, ਪਰ ਉਸ ਕੋਲ ਆਉਂਦੇ ਹਰਾਮ ਦੀ ਕਮਾਈ ਵਾਲੇ ਹਨ। ਸ਼ਰਾਬੀਆਂ, ਜੂਏਬਾਜ਼ਾਂ, ਨਸ਼ੇੜੀਆਂ ਦੀ ਦੁਨੀਆ ਵਧੇਰੇ ਗਹਿਰੀ, ਖੁੱਲ੍ਹੀ ਅਤੇ ਸੰਘਣੀ ਹੁੰਦੀ ਹੈ। ਇਸ ਦੁਨੀਆ ਦੀਆਂ ਨਾ ਕੋਈ ਕਦਰਾਂ ਕੀਮਤਾਂ ਹੁੰਦੀਆਂ ਹਨ, ਨਾ ਇਸ ਤੇ ਕੋਈ ਮਰਿਆਦਾ ਲਾਗੂ ਹੁੰਦੀ ਹੈ। ਹਰ ਕਿਸੇ ਦੀ ਸ਼ਖਸੀਅਤ ਦੇ ਅਨੇਕਾਂ ਪੱਖ ਹੁੰਦੇ ਹਨ, ਪਰ ਅਸੀਂ ਕਿਸੇ ਇੱਕ ਪੱਖ ਨੂੰ ਵੇਖ ਕੇ ਉਸ ਬਾਰੇ ਰਾਏ ਉਸਾਰ ਲੈਂਦੇ ਹਾਂ, ਜਿਹੜੀ ਅੰਸ਼ਿਕ ਰਾਏ ਹੁੰਦੀ ਹੈ। ਮਹੱਤਵਪੂਰਨ ਫੈਸਲੇ ਜੇ ਇਸਤਰੀਆਂ ਦੀ ਸਹਿਮਤੀ ਨਾਲ ਕੀਤੇ ਜਾਣ ਤਾਂ ਅਜਿਹੇ ਫੈਸਲਿਆਂ ਦੀ ਤਾਕਤ ਵੱਧ ਜਾਂਦੀ ਹੈ ਅਤੇ ਇਹਨਾਂ ਨੂੰ ਲਾਗੂ ਕਰਨਾ ਸੌਖਾ ਹੁੰਦਾ ਹੈ। ਲੜਨ ਵਿੱਚ ਸਫਲ ਉਹੀ ਹੁੰਦਾ ਹੈ ਜਿਸਨੂੰ ਪਤਾ ਹੁੰਦਾ ਹੈ ਕਿ ਕਦੋਂ ਲੜਨਾ ਹੈ ਅਤੇ ਕਦੋਂ ਨਹੀਂ ਲੜਨਾ, ਕਿੱਥੇ ਲੜਨਾ ਹੈ, ਕਿੱਥੇ ਨਹੀਂ ਲੜਨਾ, ਕਿਸ ਨਾਲ ਲੜਨਾ ਹੈ, ਕਿਸ ਨਾਲ ਕਦੇ ਨਹੀਂ ਲੜਨਾ ਅਤੇ ਕਿਸ ਨੂੰ ਕਿੱਥੇ ਕਦੋਂ ਆਪਣੇ ਨਾਲ ਲੜਨ ਨਹੀਂ ਦੇਣਾ। ਜਿਨ੍ਹਾਂ ਥਾਵਾਂ 'ਤੇ ਬੱਚੇ ਅਤੇ ਇਸਤਰੀਆਂ ਨਹੀਂ ਹੁੰਦੀਆਂ ਉਹ ਥਾਵਾਂ ਰੁੱਖੀਆਂ ਅਤੇ ਭੁੱਖੀਆਂ ਹੁੰਦੀਆਂ ਹਨ। ਉੱਥੇ ਵਾਤਾਵਰਨ ਛਾਉਣੀ ਅਤੇ ਜੇਲ੍ਹ ਵਰਗਾ ਹੁੰਦਾ ਹੈ। ਭਾਰਤ ਵਿੱਚ ਭੀੜ ਭੜੱਕੇ ਅਤੇ ਰੌਲੇ ਰੱਪੇ ਨੂੰ ਰੌਣਕ ਸਮਝਿਆ ਜਾਂਦਾ ਹੈ। ਸੰਸਾਰ ਵਿੱਚ ਖੇਤੀ ਦਾ ਸੁਭਾਅ ਅਜਿਹਾ ਰਿਹਾ ਹੈ ਕਿ ਇਸ ਨਾਲ ਮਾਨਵ ਜਾਤੀ ਨੇ ਸਹਿਯੋਗ ਦੇਣਾ ਅਤੇ ਲੈਣਾ ਸਿੱਖਿਆ ਹੈ। ਮਿਹਨਤ ਜੀਵਨ ਦਾ ਸੱਜਾ ਅਤੇ ਸੰਜਮ ਜੀਵਨ ਦਾ ਖੱਬਾ ਹੱਥ ਹਨ। ਇਹ ਦੋਵੇਂ ਰਲ ਕੇ ਜ਼ਿੰਦਗੀ ਦਾ ਚਿਹਰਾ ਨਿਖਾਰ ਦਿੰਦੇ ਹਨ। ਪਹਿਲਾਂ ਪਾਦਰੀ ਕਹਿੰਦੇ ਸਨ ਕਿ ਅਸੀਂ ਰੱਬ ਨੂੰ ਉਡੀਕ ਰਹੇ ਹਾਂ, ਉਹ ਆਵੇਗਾ, ਆਉਣ ਵਾਲਾ ਹੈ। ਜਦੋਂ ਈਸਾਈ ਇਹਨਾਂ ਲਾਰਿਆਂ ਨਾਲ ਅੱਕ ਗਏ ਤਾਂ ਚਲਾਕ ਪਾਦਰੀਆਂ ਨੇ ਕਹਿਣਾ ਆਰੰਭ ਦਿੱਤਾ, ਰੱਬ ਸਾਨੂੰ ਉਡੀਕ ਰਿਹਾ ਹੈ, ਅਸੀਂ ਉਸ ਕੋਲ ਜਾਣਾ ਹੈ। ਤੋਹਫ਼ੇ ਦਾ ਸਲੀਕਾ ਹੈ ਕਿ ਇਹ ਦੇਣ ਵਾਲੇ ਦੇ ਸਾਹਮਣੇ ਨਹੀਂ ਖੋਲ੍ਹਿਆ ਜਾਂਦਾ।
ਕੇਵਲ ਹਾਂ ਪੱਖੀ ਸੋਚ ਨਾਲ ਸਫਲਤਾ ਨਹੀਂ ਮਿਲਦੀ, ਪਰ ਇਸ ਨਾਲ ਸਫਲਤਾ ਲਈ ਪਹਿਲਾ ਕਦਮ ਚੁੱਕਣ ਦੀ ਪ੍ਰੇਰਨਾ ਜ਼ਰੂਰ ਮਿਲਦੀ ਹੈ। ਈਸਾਈ ਮਤ ਵਿੱਚ ਪਹਿਲੇ ਪੁੱਤਰ ਨੂੰ ਪਾਦਰੀ ਬਣਾਉਣ ਦੀ ਰਵਾਇਤ ਰਹੀ ਹੈ, ਪਰ ਕਈ ਪਰੰਪਰਾਵਾਂ ਇਤਨੀਆਂ ਸ਼ਕਤੀਸ਼ਾਲੀ ਹੁੰਦੀਆਂ ਹਨ ਕਿ ਇਹ ਸੁਧਾਰਕ ਨੂੰ ਹੀ ਸੁਧਾਰ ਦਿੰਦੀਆਂ ਹਨ। ਇੱਕ ਪਹਿਲੇ ਪੁੱਤਰ ਨੇ ਨਾਸਤਿਕ ਹੋਣ ਦਾ ਐਲਾਨ ਕੀਤਾ, ਪਰ ਅੰਤ ਵਿੱਚ ਉਹ ਸਭ ਤੋਂ ਵੱਧ ਸਫਲ ਪਾਦਰੀ ਹੋ ਨਿਬੜਿਆ। ਜਦੋਂ ਤੱਕ ਤੁਸੀਂ ਚਿਹਰੇ 'ਤੇ ਸਹੀ ਪ੍ਰਭਾਵ ਨਹੀਂ ਪਹਿਨਦੇ, ਕੱਪੜੇ ਜਿਹੋ ਜਿਹੇ ਮਰਜ਼ੀ ਪਹਿਨੋ, ਕੋਈ ਫਰਕ ਨਹੀਂ ਪੈਂਦਾ। ਸਫਲਤਾ ਉਸ ਰਸਤੇ 'ਤੇ ਮਿਲਦੀ ਹੈ ਜਿਹੜਾ ਰਸਤਾ ਅਸੀਂ ਔਖਾ ਮੰਨ ਕੇ ਅਪਣਾਇਆ ਨਹੀਂ ਹੁੰਦਾ। ਕਈ ਅਮੀਰ ਨਹੀਂ ਹੁੰਦੇ, ਪਰ ਬੜੇ ਮੁੱਲਵਾਨ ਹੁੰਦੇ ਹਨ। ਜੋ ਵਿਸ਼ਵਾਸ ਨਾਲ ਕੀਤਾ ਜਾਂਦਾ ਹੈ, ਉਹ ਸਾਡੀ ਸ਼ਕਤੀ ਬਣ ਜਾਂਦਾ ਹੈ। ਫੈਸਲਾ ਕਰੋ ਕਿ ਜ਼ਿੰਦਗੀ ਵਿੱਚ ਤੁਹਾਡੇ ਲਈ ਕੀ ਮਹੱਤਵਪੂਰਨ ਹੈ। ਇਵੇਂ ਕਰਨ ਨਾਲ ਜੋ ਮਹੱਤਵਪੂਰਨ ਨਹੀਂ, ਉਸ ਦਾ ਬੋਝ ਉਤਾਰਨਾ ਸੌਖਾ ਹੋ ਜਾਵੇਗਾ। ਉਸੂਲ ਦਾ ਮਹੱਤਵ ਉਦੋਂ ਹੁੰਦਾ ਹੈ ਜਦੋਂ ਸਭ ਪਾਸਿਓਂ ਉਸੂਲ ਤੋੜਨ ਦਾ ਦਬਾਅ ਹੋਵੇ। ਖੁੱਲ੍ਹੇ ਰਿਸ਼ਤਿਆਂ ਵਿੱਚ ਨਾਂ ਲੈ ਕੇ ਬਾਂਹ ਹਿਲਾ ਕੇ ਬੁਲਾਇਆ ਜਾਂਦਾ ਹੈ, ਲੁਕਵੇਂ ਰਿਸ਼ਤਿਆਂ ਵਿੱਚ ਅੱਖ ਦਬਾ ਕੇ ਬੁਲਾਇਆ ਜਾਂਦਾ ਹੈ। ਤਕਨਾਲੋਜੀ ਇਤਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਪੜ੍ਹੇ ਲਿਖੇ ਵੀ ਅਨਪੜ੍ਹਾਂ ਵਾਂਗ ਵਿਹਾਰ ਕਰ ਰਹੇ ਹਨ ਅਤੇ ਬੇਬਸ ਵਿਖਾਈ ਦੇ ਰਹੇ ਹਨ। ਕੁਝ ਹਜ਼ਾਰ ਵਰ੍ਹੇ ਪਹਿਲਾਂ ਨਾ ਕੋਈ ਦੇਸ਼ ਸੀ, ਨਾ ਪ੍ਰਦੇਸ਼। ਲੋਕ ਖਾਣਾ ਬਦੋਸ਼ਾਂ ਵਾਂਗ ਜਿੱਧਰ ਖੁਰਾਕ ਦੀ ਸੂਹ ਪੈਂਦੀ ਸੀ, ਉੱਧਰ ਨਿਕਲ ਜਾਂਦੇ ਸਨ। ਖੇਤੀ ਨਾਲ ਧਰਤੀ ਨਾਲ ਮੋਹ ਪੈ ਗਿਆ, ਧਰਤੀ ਜ਼ਮੀਨ ਹੀ ਨਾ ਰਹੀ, ਧਰਤੀ ਮਾਂ ਬਣ ਗਈ, ਦੇਸ਼ ਵਸ ਗਏ, ਦੇਸ਼ ਭਗਤੀ ਦਾ ਜਨਮ ਹੋਇਆ। ਜੋ ਬਾਹਰ ਨਹੀਂ ਗਿਆ, ਉਹ ਅੱਡੀਆਂ ਚੁੱਕ ਬਾਹਰ ਜਾਣ ਲਈ ਉਤਾਵਲਾ ਹੈ। ਜੋ ਪਹੁੰਚ ਗਿਆ ਹੈ, ਉਹ ਵਾਪਸ ਪਰਤਣ ਦੀ ਦੁਬਿਧਾ ਵਿੱਚ ਹੈ। ਮਿਥਿਹਾਸ ਧਾਰਮਿਕ ਗ੍ਰੰਥਾਂ ਨੂੰ ਆਧਾਰ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਕੋਈ ਵਿਸ਼ਾ ਜਦੋਂ ਦਿਲਚਸਪੀ ਨਾਲ ਪੜ੍ਹਾਇਆ ਜਾਂਦਾ ਹੈ ਤਾਂ ਸਧਾਰਨ ਗੱਲਾਂ ਵਿਸ਼ੇਸ਼ ਅਤੇ ਵਿਸ਼ੇਸ਼ ਗੱਲਾਂ ਸਧਾਰਨ ਲੱਗਣ ਲੱਗ ਪੈਂਦੀਆਂ ਹਨ ਅਤੇ ਨਵੀਂ ਪ੍ਰਕਾਰ ਦੀ ਸੋਝੀ ਦਾ ਜਨਮ ਹੁੰਦਾ ਹੈ। ਪਤੀ ਪਤਨੀ ਬਣਨ ਉਪਰੰਤ ਘਰ ਬਸਾਉਣ ਅਤੇ ਪਰਿਵਾਰ ਸਿਰਜਣ ਨਾਲ ਉਹ ਇੱਕ ਦੂਜੇ ਵਾਸਤੇ ਬਣੇ ਹੋਏ ਪ੍ਰਤੀਤ ਹੋਣ ਲੱਗ ਪੈਂਦੇ ਹਨ। ਵੈਦਿਕ ਅਤੇ ਬੋਧੀ ਫ਼ਲਸਫ਼ੇ ਅਨੁਸਾਰ ਦੁੱਖ ਦਾ ਕਾਰਨ ਅਗਿਆਨਤਾ ਹੈ। ਜਿਨ੍ਹਾਂ ਵਿੱਚ ਕੁਝ ਕਰਨ ਦੀ ਯੋਗਤਾ ਹੁੰਦੀ ਹੈ, ਉਹ ਫਜ਼ੂਲ ਕੰਮਾਂ ਤੋਂ ਸਹਿਜੇ ਹੀ ਛੁਟਕਾਰਾ ਪਾ ਲੈਂਦੇ ਹਨ। ਭਾਰਤ ਵਿੱਚ ਗੁਲਾਮਾਂ ਦੇ ਦੌਰ ਵਿੱਚ ਸੁਲਤਾਨ ਰਜ਼ੀਆ ਨੇ ਮੁਸਲਿਮ ਔਰਤ ਹੋਣ ਦੇ ਬਾਵਜੂਦ ਬੁਰਕਾ ਤਿਆਗ ਕੇ ਕਿਹਾ ਸੀ ਕਿ ਜਿਸ ਹਾਕਮ ਦਾ ਲੋਕਾਂ ਨੂੰ ਚਿਹਰਾ ਨਹੀਂ ਦਿਸਦਾ, ਉਹ ਹਕੂਮਤ ਨਹੀਂ ਕਰ ਸਕਦਾ। ਸਫਲਤਾ ਦਾ ਕਾਰਨ ਸਿਆਣੀ ਵਿਉਂਤ ਹੁੰਦੀ ਹੈ। ਸਿਆਣੀ ਵਿਉਂਤ ਯੋਗਤਾ ਤੋਂ ਬਿਨਾਂ ਸੰਭਵ ਨਹੀਂ ਹੁੰਦੀ। ਸਾਦਗੀ ਨਾ ਸਿੱਖੀ ਜਾ ਸਕਦੀ ਹੈ, ਨਾ ਸਿਖਾਈ ਜਾ ਸਕਦੀ ਹੈ। ਇਹ ਆਪੇ ਅੰਦਰਲੀ ਪ੍ਰੇਰਨਾ ਨਾਲ ਅਪਣਾਈ ਜਾਂਦੀ ਹੈ। ਗੁਰੂ ਬਣਨ ਦਾ ਯਤਨ ਕਰੋਗੇ, ਕੁਝ ਸਿੱਖਣਾ ਰੁਕ ਜਾਵੇਗਾ। ਸ਼ਿਸ਼ਯ ਸ਼ਰਧਾਲੂ ਬਣੇ ਰਹਿਣ ਨਾਲ ਬੜਾ ਕੁਝ ਸਿੱਖਣ ਲਈ ਮਿਲਦਾ ਰਹੇਗਾ। ਭਾਵੇਂ ਪੈਰਿਸ ਹੋਵੇ, ਭਾਵੇਂ ਕੋਲਕਾਤਾ, ਭਾਵੇਂ ਅੰਮ੍ਰਿਤਸਰ, ਭੀੜ ਵਾਲੀ ਥਾਂ 'ਤੇ ਕੁਝ ਗੁਆਚੇਗਾ। ਸੋ ਅਜਿਹੀਆਂ ਥਾਵਾਂ 'ਤੇ ਕੁਝ ਗੁਆਚਣ ਵਾਲਾ ਲੈ ਕੇ ਜਾਣਾ ਪਛਤਾਵਾ ਸਿਰਜੇਗਾ। ਜਦੋਂ ਕੋਈ ਘਟਨਾ ਜਾਂ ਕਹਾਣੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਟੁੰਬਦੀ ਹੈ ਤਾਂ ਉਹ ਦਾਸਤਾਨ ਬਣ ਜਾਂਦੀ ਹੈ। ਉਮਰ ਦੇ ਵਧਣ ਨਾਲ ਬੁੱਧੀ ਵਿਚਲੀਆਂ ਤਾਰਾਂ ਕੱਸੀਆਂ ਜਾਂਦੀਆਂ ਹਨ। ਇਹਨਾਂ ਨੂੰ ਸੈਰ ਨਾਲ, ਕਿਸੇ ਸਾਂਝੀ ਖੁੱਲ੍ਹੀ ਥਾਂ 'ਤੇ ਵਿਚਰਨ ਨਾਲ ਢਿੱਲਾ ਕਰਨ ਦੀ ਲੋੜ ਹੁੰਦੀ ਹੈ। ਤਰਕ, ਵਿਵੇਕ, ਤਕਨੀਕ, ਪ੍ਰਯੋਗ ਆਦਿ ਵਿਗਿਆਨ ਦੀ ਭਾਸ਼ਾ ਹਨ। ਜਿਸ ਨੂੰ ਅਸੀਂ ਆਧੁਨਿਕਤਾ ਕਹਿੰਦੇ ਹਾਂ, ਉਸ ਵਿੱਚ ਵੀ ਬਹੁਤਾ ਭਾਗ ਪਰੰਪਰਾ ਦਾ ਹੁੰਦਾ ਹੈ, ਜਿਹੜਾ ਆਧੁਨਿਕਤਾ ਨੂੰ ਨਹੀਂ, ਪਰੰਪਰਾ ਨੂੰ ਮਜ਼ਬੂਤ ਕਰਦਾ ਹੈ। ਨੈਤਿਕ ਭਾਸ਼ਾ ਇਨਕਾਰਾਂ, ਰੋਕਾਂ, ਬੰਧਨਾਂ, ਕਰਤੱਵਾਂ ਦੀ ਭਾਸ਼ਾ ਹੁੰਦੀ ਹੈ। ਧਰਮ ਅਤੇ ਰੱਬ ਮਨੁੱਖ ਬਣੇ ਰਹਿਣ ਲਈ ਜ਼ਰੂਰੀ ਹਨ। ਉੱਚੇ ਅਤੇ ਵੱਡੇ ਵਿਚਾਰ ਹੀ ਰਹਿੰਦੇ ਹਨ। ਜ਼ਿੰਦਗੀ ਨਿੱਤਾ ਪ੍ਰਤੀ ਦੀਆਂ ਛੋਟੀਆਂ ਗੱਲਾਂ ਨਾਲ ਚੱਲਦੀ ਹੈ।
ਅਸੀਂ ਬਦਲੇ ਤਾਂ ਹਾਰੇ ਹੋਏ ਰਾਜਸੀ ਨੇਤਾਵਾਂ ਤੋਂ ਲਏ ਜਾਂਦੇ ਹਨ। ਅਸਲੀ ਬਦਲੇ ਤਾਂ ਹਾਰੇ ਹੋਏ ਰਾਜਸੀ ਨੇਤਾਵਾਂ ਤੋਂ ਲਏ ਜਾਂਦੇ ਹਨ। ਅਜਿਹੇ ਬਦਲਿਆਂ ਵਿੱਚ ਨਫ਼ਰਤਪੂਰਨ ਭਾਂਤ ਸ਼ੁੱਧ ਅਤੇ ਈਰਖਾ ਸੰਘਣੀ ਹੁੰਦੀ ਹੈ, ਪਰ ਅਜਿਹਾ ਹਮੇਸ਼ਾ ਛੋਟੇ ਬੰਦੇ ਕਰਦੇ ਹਨ। ਭੀੜੀਆਂ ਗਲੀਆਂ ਵਿੱਚ ਉੱਚੀਆਂ ਨਜ਼ਰਾਂ ਅਤੇ ਖੁੱਲ੍ਹੇ ਇਰਾਦਿਆਂ ਵਾਲੇ ਦੂਰ-ਅੰਦੇਸ਼ ਲੋਕ ਨਹੀਂ ਮਿਲਦੇ। ਅਸੀਂ ਇਲੈਕਟ੍ਰੋਨਿਕ ਦੋਸਤੀਆਂ ਦੇ ਦੌਰ ਵਿੱਚ ਵਿਚਰ ਰਹੇ ਹਾਂ। ਹੁਣ ਟੈਲੀਵਿਜ਼ਨ, ਕੰਪਿਊਟਰ, ਟੈਲੀਫੋਨ ਆਦਿ ਸਾਡੇ ਦੋਸਤ ਰਿਸ਼ਤੇਦਾਰ ਹਨ। ਕਿਸੇ ਰਚਨਾ ਵਿੱਚ ਕੁਝ ਵੀ ਘਟਾ ਵਧਾ ਨਾ ਸਕਣਾ ਉਸ ਰਚਨਾ ਦੇ ਸੁਹਜ ਅਤੇ ਸੰਗਠਨ ਕਾਰਨ ਹੁੰਦਾ ਹੈ। ਕੱਚੀ ਰਚਨਾ ਅਤੇ ਪੱਕੀ ਕਿਰਤ ਵਿੱਚ ਅੰਤਰ ਸਪਸ਼ਟ ਹੁੰਦਾ ਹੈ। ਕੱਚੀ ਰਚਨਾ ਵਿੱਚ ਬਹੁਤ ਕੁਝ ਫਾਲਤੂ ਹੁੰਦਾ ਹੈ। ਪੱਕੀ ਰਚਨਾ ਵਿੱਚ ਕੁਝ ਬਦਲਿਆ ਜਾਂ ਉਸਨੂੰ ਸੰਖੇਪ ਨਹੀਂ ਕੀਤਾ ਜਾ ਸਕਦਾ। ਕੇਵਲ ਜੱਦੋ-ਜਹਿਦ ਕਿਸੇ ਕੰਮ ਨਹੀਂ ਆਵੇਗੀ। ਜੱਦੋ-ਜਹਿਦ ਦਾ ਉਦੇਸ਼ ਅਤੇ ਇਸ ਦੀ ਸਾਰਥਕਤਾ ਸਪਸ਼ਟ ਹੋਣੀ ਚਾਹੀਦੀ ਹੈ। ਅਨੇਕਾਂ ਭਾਰਤੀ ਜਾਅਲੀ ਵੀਜ਼ਿਆਂ ਨਾਲ ਅਮਰੀਕਾ ਪਹੁੰਚ ਕੇ ਉੱਥੋਂ ਦੇ ਜਲ ਵਿੱਚ ਜਲ ਵਾਂਗ ਸਮਾ ਜਾਂਦੇ ਹਨ। ਮਨੁੱਖ ਦੀ ਪਛਾਣ ਦਾ ਇੱਕ ਆਧਾਰ ਉਸਦਾ ਹਾਸਾ ਹੁੰਦਾ ਹੈ। ਸੰਕੋਚਵਾਂ, ਖੁੱਲ੍ਹਾ ਖੁਲਾਸਾ, ਹੰਕਾਰਿਆ, ਵਿਅੰਗਮਈ, ਤਹਿਦਾਰ, ਬਹੁ-ਮੰਜ਼ਲਾ। ਪਿੰਡਾਂ ਵਿੱਚ ਵੀ ਹੁਣ ਚਾਹ ਨੇ ਲੱਸੀ ਨੂੰ ਅਤੇ ਕੋਕੇ-ਕੋਲੇ ਨੇ ਦੁੱਧ ਨੂੰ ਬੇਦਖਲ ਕਰ ਦਿੱਤਾ ਹੈ। ਭਾਰਤ ਆਈ ਇੱਕ ਅਮਰੀਕਨ ਔਰਤ ਨੇ ਪੰਜਾਬੀ ਵਿਆਹ ਵਿੱਚ ਡੋਲੀ ਦੀ ਰਸਮ ਵੇਲੇ ਪੁੱਛਿਆ, ਜੇ ਲੜਕੀ ਆਪਣੇ ਪਤੀ ਦੇ ਘਰ ਜਾ ਰਹੀ ਹੈ ਤਾਂ ਇਸ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ? ਚਿੱਟੇ ਵਾਲਾਂ ਨੂੰ ਡਰ ਨਹੀਂ ਲੱਗਦਾ। ਇਹ ਡੂੰਘੇ ਤਜਰਬੇ ਕਾਰਨ ਨਿਡਰ ਹੋ ਜਾਂਦੇ ਹਨ। ਜਦੋਂ ਕੋਈ ਬਹੁਤ ਵੱਡੀ ਘਟਨਾ ਵਾਪਰਦੀ ਹੈ ਤਾਂ ਉਸ ਨਾਲ ਕੋਈ ਵੱਡੀ ਸਮਾਜਿਕ ਤਬਦੀਲੀ ਵੀ ਵਾਪਰਦੀ ਹੈ। ਦੂਜੇ ਵਿਸ਼ਵ ਯੁੱਧ ਨੇ ਭਾਰਤ ਵਿੱਚ ਚਾਹ ਘਰ-ਘਰ ਪਹੁੰਚਾ ਦਿੱਤੀ। 47 ਦੀ ਵੰਡ ਨੇ ਇਸਤਰੀ ਨੂੰ ਘੁੰਡ ਤੋਂ ਆਜ਼ਾਦ ਕਰ ਦਿੱਤਾ। ਪ੍ਰਸਿੱਧੀ ਨਾਲ ਆਕੜ ਆਉਂਦੀ ਹੈ, ਬਹੁਤਿਆਂ ਵਿੱਚ ਵਾਧੂ ਅਤੇ ਕਿਸੇ-ਕਿਸੇ ਵਿੱਚ ਸੰਕੋਚਵੀਂ ਅਤੇ ਢੁਕਵੀਂ। ਅਸਫਲ ਹੋਣ ਦਾ ਦੁੱਖ ਹੋਣਾ ਚਾਹੀਦਾ ਹੈ, ਪਰ ਯਤਨ ਕਰਨ ਦਾ ਮਾਣ ਵੀ ਹੋਣਾ ਚਾਹੀਦਾ ਹੈ। ਉਮਰਾਂ ਲੰਮੀਆਂ ਹੋ ਜਾਣ ਕਰਕੇ ਹੁਣ ਜਵਾਨੀ, ਅਧਖੜ ਉਮਰ ਅਤੇ ਬੁਢਾਪੇ ਬਾਰੇ ਸਾਡੇ ਸੰਕਲਪ ਬਦਲਣਗੇ। ਕਿਸੇ ਦੀ ਨਜ਼ਰ ਵਿੱਚੋਂ ਡਿੱਗ ਕੇ ਨਜ਼ਰ ਵਿੱਚ ਫਿਰ ਉੱਠਣਾ ਸੰਭਵ ਨਹੀਂ ਹੁੰਦਾ। ਖੰਡਰਾਂ ਦੇ ਦਰਵਾਜ਼ੇ ਨਹੀਂ ਹੁੰਦੇ। ਰਹਿ ਮੇਰੇ ਸੀਨੇ ਵਿੱਚ ਰਹਿ, ਭਾਵੇਂ ਦਰਦ ਬਣ ਕੇ ਰਹਿ। ਝੜਦੇ ਹੋਏ ਪੱਤੇ ਹੀ ਨਾ ਵੇਖ, ਖਿੜਦੇ ਹੋਏ ਚਿਨਾਰ ਵੀ ਵੇਖ। ਅੱਖ ਵਿੱਚ ਆਇਆ ਅੱਥਰੂ ਮੁੜ ਜਾਣ ਦੇ ਯਤਨ ਵਿੱਚ ਸਫਲ ਨਹੀਂ ਹੁੰਦਾ। ਭੀੜ ਦਾ ਅਭਿਲਾਸ਼ੀ ਉੱਤਮ ਚੀਜ਼ਾਂ ਦਾ ਤਾਂਘਵਾਨ ਨਹੀਂ ਹੁੰਦਾ। ਕੀ ਪਤਾ ਖੇਤਾਂ ਵਿੱਚ ਹੱਸਦੀ ਕਪਾਹ ਕਿਸ ਦੇ ਜਿਸਮ ਦਾ ਲਿਬਾਸ ਬਣੇਗੀ। ਉਹ ਦਿਸਹੱਦੇ ਵਾਂਗ ਦੂਰ ਸੀ, ਉਹ ਪਰਛਾਵੇਂ ਵਾਂਗ ਸਦਾ ਕੋਲ ਹੁੰਦੀ ਸੀ। ਬਚਪਨ ਵਿੱਚ ਦਿਲ ਵਰਗਾ ਹਰ ਘਰ ਸੀ, ਮਾਂ ਜਿਹੀ ਹਰ ਗਲੀ ਸੀ। ਜੇ ਮੰਜ਼ਲ ਗੁਆਚ ਜਾਵੇ ਤਾਂ ਰਾਹ ਵੀ ਸੌਂ ਜਾਂਦੇ ਹਨ। ਜੇ ਲਿਬਾਸ ਸਹੀ ਨਹੀਂ ਹੈ ਤਾਂ ਸ਼ਕਲ ਵੀ ਵਿਗੜੀ ਹੋਈ ਹੋਵੇਗੀ। ਆਪਣੇ ਝੂਠ ਨੂੰ ਪੁੱਠਾ ਕਰਕੇ ਵੇਖੋ, ਸੱਚ ਦਿਸ ਜਾਵੇਗਾ। ਬੜੀ ਉਡੀਕ ਕੀਤੀ, ਇਤਨੀ ਉਡੀਕ ਕੀਤੀ ਕਿ ਦਰੱਖਤਾਂ ਉੱਤੇ ਘਾਹ ਉਗਾਇਆ ਸੀ। ਗੋਰੀਆਂ ਨਦੀਆਂ ਚੰਚਲ ਹਾਰੀਆਂ ਖਾਰੀਆਂ ਹੁੰਦੀਆਂ ਹਨ। ਇਹ ਨਾ ਅੱਗ ਬੁਝਾਉਂਦੀਆਂ ਹਨ, ਨਾ ਪਿਆਸ ਮਿਟਾਉਂਦੀਆਂ ਹਨ। ਕਈ ਵਾਰੀ ਆਪਣੇ ਘਰ ਦਾ ਬੂਹਾ ਅਜਨਬੀਆਂ ਵਾਂਗ ਖੜਕਾਉਣਾ ਪੈਂਦਾ ਹੈ। ਉਸਨੇ ਬਾਕੀ ਦੀ ਜ਼ਿੰਦਗੀ ਹੰਝੂਆਂ ਦੀ ਲੋ ਵਿੱਚ ਗੁਜ਼ਾਰੀ ਸੀ। ਜ਼ਿੰਦਗੀ ਵਿੱਚ ਨਵੇਂ ਅਜਨਬੀ ਅਤੇ ਦਿਲਚਸਪ ਬੰਦੇ ਮਿਲਦੇ ਰਹਿਣ ਤਾਂ ਬੰਦਾ ਉਤਸ਼ਾਹ ਵਿੱਚ ਰਹਿੰਦਾ ਹੈ।
ਪਹੀਏ ਦੀ ਕਾਢ ਵਿੱਚ ਸਭ ਤੋਂ ਮਹੱਤਵਪੂਰਨ ਪੱਖ ਉਸ ਵਿੱਚ ਕੱਢੀ ਗਈ ਮੋਰੀ ਸੀ। ਜਦੋਂ ਕੁਲਹਾੜੀ ਬਣੀ ਤਾਂ ਮਹੱਤਵਪੂਰਨ ਪੱਖ ਦਸਤਾ ਪਾਉਣ ਲਈ ਮੋਰੀ ਸੀ। ਕਿਸੇ ਚੀਜ਼ ਵਿੱਚ ਉਸ ਨੂੰ ਮਹੱਤਵਪੂਰਨ ਬਣਾਉਣ ਵਾਲਾ ਕੋਈ ਹੋਰ ਪੱਖ ਹੁੰਦਾ ਹੈ। ਘੱਟ ਤਨਖਾਹ ਤੇ ਕਰਮਚਾਰੀ ਰੱਖਣ ਨਾਲ ਬਚਤ ਨਹੀਂ ਹੋਵੇਗੀ, ਮੁਨਾਫਾ ਘਟੇਗਾ। ਹੁਣ ਵਫ਼ਾਦਾਰੀ ਪਛੜਿਆਂ ਹੋਇਆਂ ਦਾ ਲੱਛਣ ਸਮਝੀ ਜਾਂਦੀ ਹੈ। ਆਪਣੀ ਪਹੁੰਚ ਵਿੱਚ ਅਸੀਂ ਉਸ ਨੂੰ ਗਿਣਦੇ ਹਾਂ ਜਿਹੜਾ ਸਾਡੀ ਬੋਲੀ ਬੋਲੇ। ਅਸੀਂ ਸਹੀ ਵਿਹਾਰ ਅਕਸਰ ਉਦੋਂ ਹੀ ਕਰਦੇ ਹਾਂ ਜਦੋਂ ਕੋਈ ਵੇਖ ਰਿਹਾ ਹੋਵੇ। ਯੂਨੀਵਰਸਿਟੀ ਪਹੁੰਚ ਕੇ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਕੁੜੀਆਂ ਦੇ ਖੰਭ ਅਤੇ ਮੁੰਡਿਆਂ ਦੇ ਟੌਰ ਨਿਕਲ ਆਉਂਦੀ ਹੈ। ਸਾਡੇ ਸੱਭਿਆਚਾਰ ਵਿੱਚ ਮਹਿਮਾਨ ਉੱਤੇ ਕੋਈ ਵਿਹਾਰਕ ਨੇਮ ਲਾਗੂ ਨਹੀਂ ਹੁੰਦਾ, ਇਸੇ ਲਈ ਉਸਦੇ ਜਾਣ 'ਤੇ ਅਸੀਂ ਸੁੱਖ ਦਾ ਸਾਹ ਲੈਂਦੇ ਹਾਂ। ਭੁੱਖਿਆਂ ਨੂੰ ਸੈਰ ਕਸਰਤ ਦਾ ਖਿਆਲ ਨਹੀਂ ਆਉਂਦਾ, ਇਹ ਰੱਜਿਆਂ ਦੀਆਂ ਲੋੜਾਂ ਅਤੇ ਮੌਜਾਂ ਹਨ। ਕਈ ਅਨੁਭਵਾਂ ਦਾ ਮਹੱਤਵ ਤਾਂ ਹੀ ਹੁੰਦਾ ਹੈ ਜੇ ਢੁਕਵੀਂ ਉਮਰ ਵਿੱਚ ਪ੍ਰਾਪਤ ਹੋਣ, ਨਹੀਂ ਤਾਂ ਇਹ ਕੁਵੇਲੇ ਦੀਆਂ ਵਾਂਗਾਂ ਹੀ ਸਿੱਧ ਹੁੰਦੇ ਹਨ। ਗੱਲਾਂ ਕਰਨ ਨਾਲ ਸੈਰ ਦਾ ਜ਼ੋਰ ਘਟ ਜਾਂਦਾ ਹੈ, ਸੈਰ ਢਿੱਲੀ ਹੋ ਜਾਂਦੀ ਹੈ। ਗੱਲਾਂ ਵਾਲੀ ਸੈਰ ਥਕਾਵਟ ਦੂਰ ਨਹੀਂ ਕਰਦੀ, ਥਕਾਵਟ ਵਧਾਉਂਦੀ ਹੈ। ਜ਼ਿੰਦਗੀ ਨੂੰ ਮੰਨਣਾ ਅਤੇ ਸਮਝਣਾ ਦੋ ਵੱਖਰੇ ਕਾਰਜ ਹਨ। ਸਮਝ ਕੇ ਮੰਨਣਾ ਵਧੇਰੇ ਤਸੱਲੀ ਦੇਣ ਵਾਲਾ ਕਾਰਜ ਹੁੰਦਾ ਹੈ। ਭਗਤੀ ਲਈ ਗੁਫਾਵਾਂ ਅਤੇ ਸਮਾਧੀ ਲਈ ਭੋਰਿਆਂ ਵਿੱਚ ਵੜਨ ਵਾਲਾ ਮਨੁੱਖ ਦੁੱਖ ਦਾ ਸੁੱਖ ਭਾਲਦਾ ਹੈ। ਅਜਿਹਾ ਭਾਰਤ ਵਿੱਚ ਹੀ ਕੀਤਾ ਜਾਂਦਾ ਹੈ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਵਿਦਿਆਰਥੀ ਕੱਚੀਆਂ ਦੁਸ਼ਮਣੀਆਂ ਅਤੇ ਪੱਕੀਆਂ ਦੋਸਤੀਆਂ ਪਾਲਦੇ ਹਨ। ਇਸ ਸੰਸਾਰ ਅਤੇ ਜੀਵਨ ਵਿੱਚ ਮਨੁੱਖ ਚੱਜ ਨਾਲ ਜਿਉਂਦਾ ਹੀ ਨਹੀਂ, ਇਸੇ ਕਰਕੇ ਉਸ ਨੂੰ ਅਗਲੇਰੇ ਜਨਮਾਂ ਦੀ ਲੋੜ ਪੈਂਦੀ ਹੈ। ਅਣਜਾਣੇ ਦਾ ਭੈ ਮਨੁੱਖ ਨੂੰ ਪੂਜਾ ਪਾਠ ਭਜਨ ਕੀਰਤਨ ਵੱਲ ਪ੍ਰੇਰਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।